ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮਾਣੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਦੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਤੁਹਾਨੂੰ ਦੱਸਦੇ ਹਾਂ। ਅੱਜ ਦੀ ਕੜੀ ਦੇ ਵਿੱਚ ਅਸੀਂ ਤੁਹਾਨੂੰ ਸੁਤੰਤਰਤਾ ਸੈਨਾਨੀ ਬਾਜੀ ਰਾਉਤ, ਬਿੰਦਾ ਸਿੰਘ, ਸ਼ਿਆਮ ਚਰਨ ਦਾਸ ਅਤੇ ਮਿਹਰਬਾਨ ਗਵਾਲਾ ਦੀ ਸੰਘਰਸ਼ ਦੀ ਕਹਾਣੀ ਸੁਣਾ ਰਹੇ ਹਾਂ। ਪੇਸ਼ ਹੈ ਇੱਕ ਖਾਸ ਰਿਪੋਰਟ। ਅੱਜ ਸੁਤੰਤਰਤਾ ਸੈਨਾਨੀ ਬਾਜੀ ਰਾਉਤ ਦੀ ਜਯੰਤੀ ਹੈ। ਸਿਰਫ 12 ਸਾਲਾਂ ਦੀ ਉਮਰ ਵਿੱਚ ਹੀ ਉਹਨਾਂ ਨੇ ਅੰਗਰੇਜ਼ਾਂ ਦੀ ਸੇਵਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਅੰਗਰੇਜ਼ ਸਿਪਾਹੀਆਂ ਸਾਹਮਣੇ ਨਿਡਰਤਾ ਨਾਲ ਖੜੇ ਹੋ ਗਏ ਸਨ। ਬਾਜੀ ਰਾਉਤ ਦਾ ਜਨਮ 5 ਅਕਤੂਬਰ 1926 ਨੂੰ ਉੜੀਸਾ ਦੇ ਡੈਕਨਾਲ ਦੇ ਨੀਲਕਾਂਤਪੁਰ ਪਿੰਡ ਵਿੱਚ ਹੋਇਆ ਸੀ। ਉਹਨਾਂ ਦੇ ਮੋਢਿਆਂ ਤੇ ਬ੍ਰਾਹਮਣੀ ਨਦੀ ਦੇ ਨੀਲਕਾਂਤਪੁਰ ਘਾਟ ਤੇ ਪੁਲਿਸ ਅਤੇ ਸੈਨਾ ਦੀ ਆਵਾਜਾਈ ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਸੀ। 10 ਅਕਤੂਬਰ 1938 ਦੀ ਰਾਤ ਉੱਥੇ ਕਈ ਪੁਲਿਸ ਵਾਲੇ ਅਤੇ ਸੈਨਿਕ ਆਏ ਅਤੇ ਉਹਨਾਂ ਨੂੰ ਨਦੀ ਪਾਰ ਕਰਾਉਣ ਲਈ ਕਿਹਾ, ਪਰ 12 ਸਾਲਾਂ ਦੇ ਬੱਚੇ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਗੁੱਸੇ 'ਚ ਆਏ ਸੈਨਿਕਾਂ ਨੇ ਉਹਨਾਂ ਦੇ ਸਿਰ ਤੇ ਬੰਦੂਕ ਦੀ ਬੱਟ ਨਾਲ ਹਮਲਾ ਕੀਤਾ, ਜਿਸ ਨਾਲ ਉਹਨਾਂ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ। ਫਿਰ ਵੀ ਬਾਜੀ ਡਰੇ ਨਹੀਂ ਅਤੇ ਉਹਨਾਂ ਨੇ ਅਲਾਰਮ ਵਜਾ ਦਿੱਤਾ, ਜਿਸ ਨਾਲ ਪਿੰਡ ਵਾਲੇ ਸੁਚੇਤ ਹੋ ਗਏ। ਸਿਰ ਵਿੱਚੋਂ ਕਾਫੀ ਖੂਨ ਵਹਿ ਜਾਣ ਕਾਰਨ ਉਸੇ ਰਾਤ ਬਾਜੀ ਰਾਉਤ ਦਾ ਦੇਹਾਂਤ ਹੋ ਗਿਆ। ਬੱਚੇ ਰਾਉਤ ਦੀ ਬਹਾਦਰੀ ਅਤੇ ਦੇਸ਼ ਭਗਤੀ ਤੇ ਮਸ਼ਹੂਰ ਉੜੀਆ ਕਵੀ ਸੱਚੀ ਰਾਉਤ ਰਾਏ ਨੇ ਬੋਟਮੈਨ ਕਵਿਤਾ ਲਿਖੀ। ਪੰਜ ਅਕਤੂਬਰ 1938 ਨੂੰ ਕੇਰਲ ਦੇ ਕਡਕਲ ਵਿੱਚ ਅੰਗਰੇਜ਼ ਸੈਨਾ ਅਤੇ ਸੁਤੰਤਰਤਾ ਸੈਨਾਨੀਆਂ ਵਿਚਾਲੇ ਜ਼ਬਰਦਸਤ ਝੜਪ ਹੋਈ ਸੀ। ਇਸ ਤੋਂ ਪਹਿਲਾਂ 29 ਸਤੰਬਰ ਤੋਂ 1 ਅਕਤੂਬਰ ਤੱਕ ਚੈਂਗਨੂਰ ਵਿੱਚ ਵੀ ਸੰਘਰਸ਼ ਚੱਲਦਾ ਰਿਹਾ ਸੀ। ਮੱਧ ਟਰਾਵਣਕੋਰ ਦੀ ਇਸ ਥਾਂ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਅੰਗਰੇਜ਼ ਸੈਨਾ ਸੁਤੰਤਰਤਾ ਸੈਨਾਨੀਆਂ ਉੱਪਰ ਕਾਰਵਾਈ ਕਰਦੀ ਰਹਿੰਦੀ ਸੀ। ਇਸ ਦੌਰਾਨ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਸਰਕਾਰੀ ਹਾਈ ਸਕੂਲ ਵਿੱਚ ਹੋਈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ। ਉਹਨਾਂ ਨੂੰ ਕੁਚਲਣ ਲਈ ਕੀਤੀ ਗਈ ਗੋਲੀਬਾਰੀ ਅਤੇ ਲਾਠੀ ਚਾਰਜ ਵਿੱਚ ਕਈ ਲੋਕ ਮਾਰੇ ਗਏ। ਚੈਂਗਨੂਰ ਦੀ ਘਟਨਾ ਤੋਂ ਬਾਅਦ ਵਧੇਰੇ ਗੰਭੀਰ ਅਤੇ ਹਿੰਸਕ ਟਕਰਾਅ ਤਿਵਿੰਦਰਮ ਤੋਂ ਕਰੀਬ 48 ਕਿਲੋਮੀਟਰ ਦੂਰ ਉੱਤਰ ਕਡਕਲ ਵਿੱਚ ਹੋਇਆ, ਜਿੱਥੇ ਪ੍ਰਦੇਸ਼ ਕਾਂਗਰਸ ਦੇ ਕੁਝ ਵਰਕਰਾਂ ਦੀ ਗ੍ਰਿਫਤਾਰੀ ਕਾਰਨ ਲੋਕ ਭੜਕ ਗਏ। ਸਰਕਾਰੀ ਏਜੰਟਾਂ ਵੱਲੋਂ ਟੈਕਸਾਂ ਦੀ ਭਾਰੀ ਵਸੂਲੀ ਖਿਲਾਫ ਖੇਤਰ ਵਿੱਚ ਹਾਲਾਤ ਪਹਿਲਾਂ ਹੀ ਤਣਾਅ ਵਾਲੇ ਸਨ। ਆਂਢ ਗੁਆਂਢ ਨੇ ਕਲਾਰਾ ਪੈਂਗੌਰ ਦੇ ਬਾਜ਼ਾਰਾਂ ਦੇ ਮੁਕਾਬਲੇ ਕਡਕਲ ਤੋਂ ਬਹੁਤ ਜ਼ਿਆਦਾ ਟੈਕਸ ਵਸੂਲਿਆ ਜਾਂਦਾ ਸੀ। ਕਾਂਗਰਸ ਵਰਕਰਸ ਨੇ ਟੈਕਸ ਦਾ ਭੁਗਤਾਨ ਨਾ ਕਰਨ ਦੀ ਅਪੀਲ ਕੀਤੀ ਸੀ। ਵਰਕਰਾਂ ਨੇ ਸ਼ਰਾਬ ਦੀ ਵਿਕਰੀ ਵਿਰੁੱਧ ਵੀ ਮੁਹਿੰਮ ਚਲਾਈ। 29 ਸਤੰਬਰ ਨੂੰ ਪ੍ਰਦਰਸ਼ਨਕਾਰੀਆਂ ਨੇ ਥਾਣੇ ਤੇ ਪਥਰਾਅ ਕੀਤਾ, ਜਿਸ ਵਿੱਚ ਕੁਝ ਪੁਲਿਸ ਕਰਮਚਾਰੀਆਂ ਨੂੰ ਸੱਟ ਲੱਗ ਗਈ। ਭੀੜ ਦਾ ਗੁੱਸਾ ਵੇਖ ਕੇ ਕੋਟਾਰਾ ਕਾਰਾਂ ਤੋਂ ਪੁਲਿਸ ਹਟਾ ਲਈ ਗਈ। ਲੋਕਾਂ ਨੇ ਥਾਣੇ ਵਿੱਚ ਰੱਖੀਆਂ ਬੰਦੂਕਾਂ ਅਤੇ ਤਲਵਾਰਾਂ ਤੇ ਕਬਜ਼ਾ ਕਰ ਲਿਆ। 5 ਅਕਤੂਬਰ ਨੂੰ ਖੇਤਰ ਵਿੱਚ ਸੈਨਾ ਦੀਆਂ 2 ਪਲਟਨਾਂ ਭੇਜੀਆਂ ਗਈਆਂ ਅਤੇ ਪ੍ਰਦਰਸ਼ਨ ਨੂੰ ਸਖਤੀ ਨਾਲ ਕੁਚਲ ਦਿੱਤਾ ਗਿਆ। ਪੁਲਿਸ ਅਤੇ ਸੈਨਾ ਨੇ 13 ਘਰਾਂ ਨੂੰ ਅੱਗ ਲਗਾ ਦਿੱਤੀ। ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਅਤੇ ਭਾਂਤ-ਭਾਂਤ ਦੇ ਤਸੀਹੇ ਦਿੱਤੇ ਗਏ। ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ। ਅੱਜ ਬਿਹਾਰ ਦੀ ਪ੍ਰਸਿੱਧ ਸੁਤੰਤਰਤਾ ਸੈਨਾਨੀ ਬਿੰਦਾ ਸਿੰਘ ਦੀ ਬਰਸੀ ਵੀ ਹੈ। ਮੁਜ਼ੱਫਰਪੁਰ ਜ਼ਿਲ੍ਹੇ ਦੇ ਨਬੀਢੀ ਪਿੰਡ ਦੇ ਵਸਨੀਕ ਬਿੰਦਾ ਸਿੰਘ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ ਸੀ, ਜਿਸ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਉਹਨਾਂ ਦੀ ਜ਼ਬਰਦਸਤ ਮਾਰ ਕੁਟਾਈ ਕੀਤੀ ਗਈ। ਇਸ ਤੋਂ ਬਾਅਦ ਉਹਨਾਂ ਨੂੰ ਫੁਲਵਾਰੀ ਸ਼ਰੀਫ ਕੈਂਪ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਪੁਲਿਸ ਦੇ ਤਸੀਹਿਆਂ ਕਾਰਨ 5 ਅਕਤੂਬਰ 1943 ਨੂੰ ਬਿੰਦਾ ਸਿੰਘ ਦਾ ਦੇਹਾਂਤ ਹੋ ਗਿਆ। ਇਸੇ ਤਰ੍ਹਾਂ ਦੀ ਬੰਗਾਲ ਵਿੱਚ ਵਾਪਰੀ ਇੱਕ ਘਟਨਾ 'ਚ ਸ਼ਿਆਮ ਚਰਨ ਦਾਸ ਸ਼ਹੀਦ ਹੋ ਗਏ। ਦਾਸ ਮੇਦਨੀਪੁਰ ਜ਼ਿਲ੍ਹੇ ਦੇ ਬਹਾਦੁਰਪੁਰ ਪਿੰਡ ਦੇ ਵਸਨੀਕ ਸਨ। ਉਹ ਸਿਆਸੀ ਵਰਕਰ ਸਨ ਅਤੇ ਉਹਨਾਂ ਨੇ ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲਿਆ।
ਉਹ 5 ਅਕਤੂਬਰ 1942 ਨੂੰ ਭਗਵਾਨਪੁਰ ਪੁਲਿਸ ਥਾਣੇ ਤੇ ਛਾਪੇਮਾਰੀ ਵਿੱਚ ਸ਼ਾਮਲ ਸਨ। ਪੁਲਿਸ ਦੀ ਕਾਰਵਾਈ ਦੌਰਾਨ ਗੋਲੀ ਲੱਗਣ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਅੱਜ ਹੀ ਮਿਹਰਬਾਨ ਗੋਵਾਲਾ ਦੀ ਬਰਸੀ ਵੀ ਹੈ। ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇਨਫੈਂਟਰੀ ਰੈਜੀਮੈਂਟ ਨਾਲ ਜੁੜੇ ਸਨ। ਗੋਵਾਲਾ ਨੇ 1857 ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ। ਈਸਟ ਇੰਡੀਆ ਕੰਪਨੀ ਦੀ ਸੈਨਾ ਨੇ ਉਹਨਾਂ ਨੂੰ ਸ਼ਾਹਬਾਦ ਤੋਂ ਗ੍ਰਿਫਤਾਰ ਕੀਤਾ, ਜੋ ਹੁਣ ਬਿਹਾਰ ਵਿੱਚ ਹੈ। ਬਗਾਵਤ ਦੇ ਇਲਜ਼ਾਮ ਵਿੱਚ ਗੋਵਾਲਾ ਨੂੰ 5 ਅਕਤੂਬਰ 1857 ਨੂੰ ਮੌਤ ਦੀ ਸਜ਼ਾ ਦਿੱਤੀ ਗਈ।